ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਵਿੱਚ ਦਾਸ ਆਪ ਸਭ ਸੰਗਤਾਂ ਨਾਲ ਇੱਕ ਅਜਿਹਾ ਕੌਤਕ ਸਾਂਝਾ ਕਰੇਗਾ ਜਿਸ ਨੂੰ ਸੁਣ ਕੇ ਆਪ ਜੀ ਦਾ ਸੁਖਨੀ ਸਾਹਿਬ ਜੀ ਦੀ ਬਾਣੀ ਨਾਲ ਹੋਰ ਪ੍ਰੇਮ ਵੱਧ ਜਾਵੇਗਾ। ਇਹ ਗੱਲ ਇੱਕ ਮੁਨਸ਼ੀ ਦੀ ਹੈ ਜੋ ਕਿ ਮਥੁਰਾ ਬ੍ਰਿੰਦਾਵਨ ਵਿੱਚ ਰਹਿੰਦਾ ਸੀ। ਉਸ ਦਾ ਕੋਈ ਚੰਗਾ ਕਰਮ ਸਾਹਮਣੇ ਆ ਗਿਆ, ਕਿਸੇ ਰੰਗੇ ਹੋਏ ਗੁਰਸਿੱਖ ਦੀ ਸੰਗਤ ਹੋ ਗਈ ਤੇ ਉਸ ਦੀ ਸੰਗਤ ਕਰਨ ਦੇ ਸਦਕਾ ਉਸ ਮੁਨਸ਼ੀ ਨੂੰ ਵੀ ਰੰਗ ਲੱਗ ਗਿਆ। ਉਸ ਮੁਨਸ਼ੀ ਨੂੰ ਚਾਅ ਚੜ੍ਹ ਗਿਆ ਕਿ ਮੈਂ ਵੀ ਗੁਰਮੁਖੀ ਭਾਸ਼ਾ ਸਿੱਖਾਂ। ਉਸਨੇ ਕੁਝ ਸਮੇਂ ਵਿੱਚ ਹੀ ਗੁਰਮੁਖੀ ਅੱਖਰ ਸਿੱਖ ਲਏ। ਫਿਰ ਉਸਨੇ ਸਹਿਜੇ ਸਹਿਜੇ ਸੁਖਮਨੀ ਸਾਹਿਬ ਜੀ ਦਾ ਪਾਠ ਕੰਠ ਕਰ ਲਿਆ। ਫਿਰ ਉਸਨੇ ਨਾਲ ਦੇ ਗੁਰਸਿੱਖ ਨੂੰ ਪੁੱਛਿਆ ਕਿ ਮੈਨੂੰ ਕੋਈ ਅਜਿਹਾ ਢੰਗ ਦੱਸੋ ਜਿਸ ਨਾਲ ਪਾਠ ਕਰਨ ਦਾ ਮਹੱਤਵ ਜ਼ਿਆਦਾ ਮਿਲੇ। ਮੁਨਸ਼ੀ ਦੇ ਪੁੱਛਣ ਤੇ ਗੁਰਸਿੱਖ ਨੇ ਜਵਾਬ ਦਿੱਤਾ ਕਿ ਪਾਠ ਕਰਨ ਸਮੇਂ ਆਸਣ ਵਿਛਾ ਲੈਣਾ ਹੈ ਅਤੇ ਪਾਠ ਕਰਦੇ ਸਮੇਂ ਕਿਸੇ ਨਾਲ ਗੱਲ ਨਹੀਂ ਕਰਨੀ। ਉਹ ਮੁਨਸ਼ੀ ਜਿਸ ਨੂੰ ਸੁਖਮਨੀ ਸਾਹਿਬ ਨਾਲ ਅਥਾਹ ਪ੍ਰੇਮ ਹੋ ਗਿਆ ਸੀ, ਉਸ ਦਾ ਰੋਜ਼ ਦਾ ਨੇਮ ਬਣ ਗਿਆ ਸੀ ਕਿ ਇੱਕ ਚੌਂਕੜੀ ਤੇ ਬੈਠ ਕੇ ਆਸਣ ਵਿਛਾ ਕੇ ਇਕਾਗਰਚਿਤ ਹੋ ਕੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਕਰਨਾ। ਪਾਠ ਕਰਦੇ ਸਮੇਂ ਉਹ ਕਿਸੇ ਨਾਲ ਵੀ ਗੱਲ ਨਹੀਂ ਕਰਦਾ ਸੀ। ਕਈ ਸਾਲ ਬੀਤ ਗਏ ਉਸ ਨੂੰ ਇਸ ਤਰ੍ਹਾਂ ਰੋਜ਼ਾਨਾ ਕਰਦਿਆਂ। ਉਸ ਮੁਨਸ਼ੀ ਦੇ ਘਰ ਵਿੱਚ ਇੱਕ ਬ੍ਰਾਹਮਣ ਰਸੋਈ ਦਾ ਕੰਮ ਕਰਦਾ ਸੀ। ਇੱਕ ਦਿਨ ਉਸ ਰਸੋਈਏ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਦਸਤ ਲੱਗ ਗਈ। ਉਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਜਦੋਂ ਮੁਨਸ਼ੀ ਅੰਮ੍ਰਿਤ ਵੇਲੇ ਪਾਠ ਕਰਨ ਲੱਗਾ ਤਾਂ ਉਸਨੇ ਰਸੋਈਏ ਨੂੰ ਕਿਹਾ, ਤੂੰ ਆਰਾਮ ਕਰ, ਜੇਕਰ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਤੂੰ ਮੈਨੂੰ ਹੁਣ ਹੀ ਦੱਸ ਦੇ, ਮੁੜ ਕੇ ਮੈਂ ਪਾਠ ਕਰਨ ਲਈ ਬੈਠ ਜਾਣਾ ਹੈ ਤੇ ਮੈਂ ਪਾਠ ਕਰਦੇ ਸਮੇਂ ਕਿਸੇ ਨਾਲ ਬੋਲਣਾ ਨਹੀਂ। ਉਹ ਰਸੋਈਆ ਕਹਿਣ ਲੱਗਾ, ਤੁਸੀਂ ਪਾਠ ਕਰ ਲਵੋ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਉਸ ਤੋਂ ਉਪਰੰਤ ਮੁਨਸ਼ੀ ਪਾਠ ਕਰਨ ਲਈ ਬੈਠ ਗਿਆ। ਪਾਠ ਦੇ ਦੌਰਾਨ ਜਦੋਂ ਪਾਠ ਅਜੇ 16ਵੀਂ ਅਸ਼ਟਪਦੀ ਤੇ ਪਹੁੰਚਿਆ, ਬ੍ਰਾਹਮਣ ਦੇ ਮੰਜੇ ਤੇ ਹੀ ਪ੍ਰਾਣ ਨਿਕਲ ਗਏ। ਪਾਠ ਦੀ ਸਮਾਪਤੀ ਤੋਂ ਬਾਅਦ ਮੁਨਸ਼ੀ ਨੇ ਜਦੋਂ ਉਸ ਬ੍ਰਾਹਮਣ ਨੂੰ ਹਿਲਾਇਆ ਤਾਂ ਵੇਖਿਆ ਕਿ ਉਹ ਸਰੀਰ ਛੱਡ ਗਿਆ ਹੈ। ਮੰਜਾ ਵੀ ਲਿਬੜਿਆ ਪਿਆ ਸੀ ਕਿਉਂਕਿ ਪੇਟ ਖਰਾਬ ਸੀ। ਬ੍ਰਾਹਮਣ ਦਾ ਸੰਸਕਾਰ ਕਰ ਦਿੱਤਾ ਗਿਆ, ਪਰ ਮੁਨਸ਼ੀ ਦੇ ਮਨ ਵਿੱਚ ਇੱਕ ਗੰਢ ਵੱਜ ਗਈ ਕਿ ਇੱਕ ਤਾਂ ਇਸ ਦੇ ਸੁਆਸ ਮੰਜੇ ਤੇ ਨਿਕਲੇ ਹਨ, ਦੂਸਰਾ ਗੰਦਗੀ ਵਿੱਚ ਨਿਕਲੇ ਹਨ। ਇਹ ਜ਼ਰੂਰ ਪ੍ਰੇਤ ਦੀ ਜੂਨ ਵਿੱਚ ਪਿਆ ਹੋਵੇਗਾ। ਸਾਡੇ ਦੇਸ਼ ਵਿੱਚ ਕਈਆਂ ਦਾ ਇਹ ਖਿਆਲ ਹੈ ਕਿ ਜਿਸ ਦੇ ਮੰਜੇ ਦੇ ਪ੍ਰਾਣ ਨਿਕਲ ਜਾਣ ਉਸ ਦੀ ਗਤੀ ਨਹੀਂ ਹੁੰਦੀ। ਕਈ ਲੋਕ ਤਾਂ ਇੱਥੋਂ ਤੱਕ ਵਹਿਮ ਕਰਦੇ ਹਨ, ਜਦੋਂ ਕੋਈ ਬਹੁਤ ਬਿਮਾਰ ਹੋਵੇ, ਬਚਣ ਦੀ ਉਮੀਦ ਨਾ ਹੋਵੇ, ਉਸ ਨੂੰ ਮੰਜੇ ਤੋਂ ਥੱਲੇ ਲਾ ਦਿੰਦੇ ਹਨ। ਪਹਿਲੇ ਸਮਿਆਂ ਵਿੱਚ ਇਹੋ ਜਿਹੇ ਬਹੁਤ ਵਹਿਮ ਕੀਤੇ ਜਾਂਦੇ ਸਨ, ਪਰ ਹੁਣ ਸਮੇਂ ਦੇ ਨਾਲ ਨਾਲ ਫਰਕ ਪੈਂਦਾ ਜਾ ਰਿਹਾ ਹੈ। ਐਸਾ ਸ਼ਾਸਤਰਾਂ ਵਿੱਚ ਵੀ ਲਿਖਿਆ ਹੈ। ਉਸ ਮੁਨਸ਼ੀ ਦੇ ਮਨ ਵਿੱਚ ਵੀ ਇਹ ਵਹਿਮ ਘਰ ਕਰ ਗਿਆ ਕਿ ਬ੍ਰਾਹਮਣ ਦੀ ਗਤੀ ਨਹੀਂ ਹੋਈ ਹੋਵੇਗੀ ਤੇ ਉਹ ਭੂਤ ਪ੍ਰੇਤ ਦੀ ਜੂਨੀ ਪਿਆ ਹੋਵੇਗਾ। ਕਹਿੰਦੇ ਹਨ ਬ੍ਰਾਹਮਣ ਦਾ ਅੰਤਿਮ ਸੰਸਕਾਰ ਕਰਕੇ ਮੁਨਸ਼ੀ ਨੇ ਰਾਤ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਮੇਰੇ ਰਸੋਈਏ ਦਾ ਕੀ ਬਣਿਆ ਹੋਵੇਗਾ? ਉਸ ਦੀ ਆਤਮਾ ਭਟਕ ਰਹੀ ਹੋਵੇਗੀ, ਮੈਨੂੰ ਬਹੁਤ ਚਿੰਤਾ ਲੱਗੀ ਹੋਈ ਹੈ। ਉਹ ਮੁਨਸ਼ੀ ਰਾਤ ਅਰਦਾਸ ਕਰਕੇ ਜਦੋਂ ਸੁੱਤਾ ਤਾਂ ਸੁਪਨੇ ਵਿੱਚ ਨਿਰੰਕਾਰ ਨੇ ਇਸ ਦਾ ਸੰਸਾਰ ਦੂਰ ਕੀਤਾ। ਉਸ ਰਸੋਈਏ ਦੀ ਆਤਮਾ ਮੁਨਸ਼ੀ ਦੇ ਸੁਪਨੇ ਵਿੱਚ ਆਈ ਉਸ ਦਾ ਭਰਮ ਕੱਟਣ ਲਈ ਤੇ ਕਹਿਣ ਲੱਗੀ ਕਿ ਤੁਹਾਡੀ ਤਸੱਲੀ ਵਾਸਤੇ ਮੈਨੂੰ ਨਿਰੰਕਾਰ ਨੇ ਭੇਜਿਆ ਹੈ। ਤੁਸੀਂ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਹੇ ਸੀ, ਮੈਂ ਲੰਮਾ ਪਿਆ ਸੁਣ ਰਿਹਾ ਸਾਂ। ਉਸ ਦਾ ਸਦਕਾ ਮੈਨੂੰ ਸੱਚਖੰਡ ਵਿੱਚ ਜਗ੍ਹਾ ਮਿਲੀ ਹੈ। ਜਦੋਂ ਮੇਰੇ ਪ੍ਰਾਣ ਨਿਕਲੇ ਉਸ ਸਮੇਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ। ਮੇਰੇ ਕੰਨਾਂ ਵਿੱਚ ਇਸ ਦੀਆਂ ਪਵਿੱਤਰ ਪੰਕਤੀਆਂ ਪਈਆਂ ਹਨ, ਜਿਸ ਕਾਰਨ ਮੈਨੂੰ ਸਰਵ ਉੱਚੀ ਪਦਵੀ ਬਖਸ਼ੀ ਹੈ। ਇਸ ਬਾਣੀ ਸਦਕਾ ਮੇਰਾ ਆਉਣਾ ਜਾਣਾ ਕੱਟਿਆ ਗਿਆ ਹੈ ਅਤੇ ਨਿਰੰਕਾਰ ਜੀ ਨੇ ਮੇਰਾ ਜਨਮ ਮਰਨ ਵੀ ਕੱਟ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ